ਭੇਖ ਦੇ ਸੰਬੰਧ ਦੇ ਵਿੱਚ। ਤੇ ਭੇਖ ਦੇ ਉੱਤੇ ਵੀ ਜੋ ਗੁਰਬਾਣੀ ਦੇ ਪ੍ਰਮਾਣ ਪੰਕਤੀਆਂ ਜਿੱਦਾਂ ਹੈਗੀਆਂ, ਚਲੋ ਸਾਰੀਆਂ ਵਰਤੀਆਂ ਭੇਖ ਦਾ ਖੰਡਨ ਕਰਨ ਵਾਸਤੇ। ਫਿਰ ਉਹਦੇ ਵਿੱਚ ਇੱਕ ਸਟੇਟਮੈਂਟ ਇਹਨਾਂ ਨੇ ਦਿੱਤੀ ਆ ਵੀ ਜਿਹੜੀ 5 ਕਕਾਰ ਆ ਉਹ ਭੇਖ ਨਹੀਂ ਹੈਗੇ। ਠੀਕ ਆ, 5 ਕਕਾਰ ਰਹਿਤ ਆ, ਭੇਖ ਨਹੀਂ। ਹੁਣ ਇਹਦੇ ਉੱਤੇ ਵਿਚਾਰ ਕਰਨੀ ਬਣਦੀ ਆ ਵੀ ਜੇ ਬਾਕੀ ਦੇ ਧਰਮ ਦੇ ਚਿੰਨ੍ਹਾਂ ਦੇ ਉੱਤੇ ਸਵਾਲ ਉੱਠ ਸਕਦੇ ਆ ਤੇ ਕਕਾਰਾਂ ਦੇ ਉੱਤੇ ਸਵਾਲ ਕਿਉਂ ਨਹੀਂ ਉੱਠ ਸਕਦੇ? ਇੱਕ ਚੀਜ਼ ਆਪਣੀ ਗੱਲ ਚੇਤੇ ਰੱਖਿਓ ਜੀ, 2 ਪੰਕਤੀਆਂ ਮੇਰੇ ਦਿਮਾਗ 'ਚ ਆਈਆਂ, ਪੰਕਤੀਆਂ ਸ਼ਾਇਦ ਤੁਹਾਨੂੰ ਪੂਰੀਆਂ ਯਾਦ ਹੋਣ। ਇੱਕ ਤਾਂ ਹੈਗੀ ਆ ਭੇਖ ਅਵਰ ਕਿਛ ਅਵਰ ਕਮਾਵਤ, ਏਦਾਂ ਵੀ ਕੁਛ ਨਹੀਂ, ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ। ਹਾਂ, ਰਹਿਤ ਅਵਰ ਕਿਛ ਅਵਰ ਕਮਾਵਤ। ਤੁਸੀਂ ਰਹਿਤ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਜੇ ਕਿਤੇ ਪੜੋਗੇ ਨਾ ਤਾਂ ਉਹਦੇ ਅਰਥ ਇਹੀ ਕੀਤੇ, ਧਾਰਮਿਕ ਚਿੰਨ੍ਹ ਨਹੀਂ ਕੀਤੇ, ਭੇਖ ਹੀ ਕੀਤਾ। ਮੈਂ ਉਹੀ ਗੱਲ ਕਰਨ ਲੱਗਾ ਨਾ। ਇੱਕ ਤਾਂ ਹੈਗਾ ਜਿੱਥੇ ਦੂਜੀ ਪੰਕਤੀ ਵੀ ਆ ਭੇਖ, ਜਿੱਥੇ ਹੈਗਾ ਲੋਗਨ ਕੋ ਬਸ ਕੀਨ, ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੋਣੀ ਉਹ। ਨਹੀਂ, ਭਗਤ ਕਬੀਰ ਜੀ ਦੀ ਆ ਸ਼ਾਇਦ, ਮੈਨੂੰ ਪਤਾ ਨਹੀਂ ਹੁਣ ਮੂਹਰੇ ਉੱਥੇ ਭੇਖ ਦੀ ਗੱਲ ਹੋਈ ਹੋਵਾ। ਭੇਖ ਕਰਕੇ ਜਾਨੀ ਗੁਰੂ ਸਾਹਿਬ ਨੇ ਭੇਖ ਨੂੰ ਵੀ ਗਲਤ ਕਿਹਾ ਆ, ਹਾਂਜੀ, ਤੇ ਰਹਿਤ ਨੂੰ ਵੀ ਗਲਤ ਕਿਹਾ ਆ। ਬਿਲਕੁਲ ਵੀ ਜੇ ਰਹਿਤ ਹੋਰ ਰੱਖਦਾ ਆ ਤੇ ਜ਼ਿੰਦਗੀ ਵਿਹਾਰ ਹੋਰ ਤਰ੍ਹਾਂ ਦਾ ਕਰਦਾ ਆ। ਰਹਿਤ ਮਤਲਬ ਭੇਖ ਹੋਰ ਤਰ੍ਹਾਂ ਦਾ, ਬਸ ਚਿੰਨ੍ਹ ਹੋਰ ਤਰ੍ਹਾਂ ਦੇ ਆ ਤੇ ਕਮਾਈ ਜਿਹੜੀ ਰਹਿਣੀ ਜਿਹੜੀ ਆ ਹੋਰ ਤਰ੍ਹਾਂ ਦੀ। ਇੱਕੋ ਹੀ ਅਰਥਾਂ 'ਚ ਲੈ ਗਏ ਆ। ਉੱਥੇ ਖਾਸ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਦੇ ਵਿਅਰਥ ਪੜੋਗੇ, ਉੱਥੇ ਰਹਿਤ ਸ਼ਬਦ ਦਾ ਅਰਥ ਉਹਨਾਂ ਨੇ ਧਾਰਮਿਕ ਚਿੰਨ੍ਹ ਕੀਤਾ ਹੋਇਆ। ਪਰ ਉਹ ਜਦੋਂ ਆਪਾਂ ਹੁਣ ਇਸ ਦੇਖੋ, ਬਿਨਾਂ ਸ਼ੱਕ ਇਹੋ ਜਿਹੀਆਂ ਦਲੀਲਾਂ ਸਟੇਜ ਦੇ ਉੱਤੇ ਦਿੰਦੇ ਆ, ਲੋਕੀ ਸੁਣ ਲੈਂਦੇ ਆ, ਠੀਕ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜਿਹੜਾ ਬੰਦਾ ਤਾਰਕਿਕ ਬੁੱਧੀ ਰੱਖਦਾ ਵਾ, ਦਿਮਾਗ ਰੱਖਦਾ ਵਾ, ਇਹਨਾਂ ਦਲੀਲਾਂ ਦੇ ਨਾਲ ਉਹਨਾਂ ਲੋਕਾਂ ਦੀ ਤਸੱਲੀ ਨਹੀਂ ਕਰਵਾ ਨਹੀਂ ਸਕਦੀ। ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਕਹਿੰਦੇ ਆ ਵੀ ਜਨੇਊ ਦੀ ਗੱਲ ਕਰਦੇ ਆ, ਹਾਂਜੀ, ਬਈ ਚੌਕੜ ਮੋਲਾ ਉਡਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈ ਆ ਗੁਰ ਬ੍ਰਾਹਮਣ ਥੀ ਆ, ਉੱਥੇ ਵੀ ਕਹਿੰਦੇ ਵੀ ਉਹ ਬੂਆ ਉਹ ਝੜ ਪਿਆ ਵੀ ਤੱਗਾ ਗਿਆ। ਕਿ ਉਹੀ ਸਾਰੀਆਂ ਦਲੀਲਾਂ ਜਿਹੜੀਆਂ ਹੈਗੀਆਂ ਸਾਡੇ ਕਕਾਰਾਂ ਦੇ ਉੱਤੇ ਨਹੀਂ ਲੱਗਦੀਆਂ। ਵੀ ਜਿਸ ਵੇਲੇ ਬੰਦਾ ਮਰਦਾ ਵਾ ਕਕਾਰ ਰਹਿ ਜਾਂਦੇ ਇੱਥੇ, ਉਹ ਠੀਕ ਆ, ਸਾਡੀ ਰਹਿਤ ਮਰਜ਼ਾਦਾ ਨੇ ਜਾਂ ਸੰਪਰਦਾਈ ਲੋਕਾਂ ਦੇ ਪ੍ਰਭਾਵ ਹੇਠਾਂ ਏਦਾਂ ਕਹਿ ਦਿੱਤਾ ਵਾ ਵੀ ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਉਹਨੂੰ ਕਕਾਰ ਪਵਾਏ ਜਾਣ ਤੇ ਫਿਰ ਉਹਦਾ ਸੰਸਕਾਰ ਕੀਤਾ ਜਾਏ। ਪਰ ਜੋ ਗੁਰੂ ਸਾਹਿਬ ਕਹਿੰਦੇ ਵੀ ਭਾਵੇਂ ਤੁਸੀਂ ਕਕਾਰ ਪਾ ਲਓ, ਹੈਗੇ ਤਾਂ ਸੜਕੇ ਉਹ ਵੀ ਸਵਾਹ ਹੀ ਹੋਣੇ ਆ। ਬੰਦਾ ਵੀ ਸਵਾਹ ਹੋ ਗਿਆ, ਕਕਾਰ ਵੀ ਸੜਕੇ ਸਵਾਹ ਹੋ ਗਏ। ਜਿਹੜੀ ਗੱਲ ਅਸੀਂ ਜਨੇਊ ਦੇ ਸੰਬੰਧ ਵਿੱਚ ਆਖਾਂਗੇ, ਹਾਂਜੀ, ਕਕਾਰਾਂ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਉਹ ਤਰਕ ਜਿਹੜਾ ਹੈਗਾ ਨਹੀਂ ਲੱਗੂ, ਪੂਰਾ ਲੱਗੂ ਜੀ। ਪਰ ਅਸੀਂ ਜਦੋਂ ਤੋਂ ਦੂਸਰੇ ਦੇ ਧਾਰਮਿਕ ਚਿੰਨ੍ਹਾਂ ਦੀ ਗੱਲ ਕਰਦੇ ਆ, ਇੱਕ ਮਿੰਟ ਜੀ ਤੁਸੀਂ ਹੋਰ ਛੱਡੋ, ਅਸੀਂ ਇੱਥੋਂ ਵੀਡੀਓ ਕੱਢ ਕੇ, ਮੈਨੂੰ ਚੇਤਾ ਕੋਲਮਾ ਰੋਡ ਤੇ ਗਿਆ ਸੀ ਧੁੰਦਾ, ਹਾਂਜੀ, ਧੁੰਦੇ ਨੇ ਭਗਤ ਕਬੀਰ ਜੀ ਦਾ ਸ਼ਬਦ ਪੜ੍ਹਿਆ ਸੀ, ਉਹਦੀ ਵਿਆਖਿਆ ਕੀਤੀ ਸੀ, ਹਾਂਜੀ, ਉਹਦੇ ਵਿੱਚ ਜਿੱਥੇ ਜਿਹੜਾ ਸ਼ਬਦ ਆ ਨਾ, ਹਮ ਕਰ ਸੂਤ, ਹਾਂ, ਹਮ ਕਰ ਸੂਤ ਤਣੇ ਨਿਤ ਤਾਨਾ ਕੰਠ ਜਨੇਊ ਤੁਮਾਰੇ, ਹਾਂਜੀ, ਤੁਮ ਤੋਂ ਪੜੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਉਹ ਚ ਇਹਨੇ ਪਤਾ ਕੀ ਕਹਿਤਾ ਸੀ, ਹਾਂਜੀ, ਕਹਿੰਦਾ ਭਗਤ ਕਬੀਰ ਜੀ ਕਹਿੰਦੇ ਵੀ ਤੂੰ ਤਾਂ 4 ਧਾਗਿਆਂ ਦਾ ਜਨੇਊ ਪਾ ਕੇ ਆਪਣੇ ਆਪ ਨੂੰ ਧਾਰਮਿਕ ਦੱਸਦਾ, ਹਾਂਜੀ, ਮੇਰੇ ਨਿਆਣੇ ਤਾਂ ਕਹਿੰਦਾ ਕੌਡ ਕਬੱਡੀ ਜੋ ਖੇਡਦੇ ਆ ਉਹ ਵੀ ਜਨੇਊ ਦੇ ਉੱਤੇ ਧਾਗਿਆਂ ਦੇ ਉੱਤੇ ਖੇਡਦੇ ਆ। ਤੇ ਕਹਿੰਦਾ ਅੱਜ ਜੇ ਕਹਿੰਦਾ ਭਗਤ ਕਬੀਰ ਜੀ ਉਸ ਵੇਲੇ ਪੁਜਾਰੀ ਨੂੰ ਇਹ ਗੱਲ ਪੁੱਛ ਸਕਦੇ ਆ, ਕਿਉਂਕਿ ਉਹ ਗੁਰਦੁਆਰਾ ਸੀ ਮੋਨਿਆਂ ਦਾ, ਠੀਕ ਹੈ, ਉਹ ਕਕਾਰ ਨਹੀਂ ਸੀ ਪਾਉਂਦੇ, ਤੇ ਇਹਨੇ ਇੱਥੇ ਦਲੀਲ ਇੱਥੋਂ ਤੱਕ ਸ਼ਬਦ ਇਹਨੇ ਵਰਤ ਦਿੱਤੇ ਸੀ। ਕਹਿੰਦਾ ਵੀ ਜੇ ਭਗਤ ਕਬੀਰ ਜੀ ਉਦੋਂ ਜਨੇਊ ਪਾਉਣੇ ਵਾਲੇ ਦੇ ਉੱਤੇ ਇਹ ਸਵਾਲ ਕਰ ਸਕਦੇ ਆ, ਹਾਂਜੀ, ਵੀ ਤੂੰ ਕੱਲੇ 4 ਧਾਗੇ ਪਾ ਕੇ ਮਾਣ ਹੰਕਾਰ ਕਰਦਾ ਫਿਰਦਾ, ਮੇਰੇ ਤਾਂ ਘਰ ਤਣਾ ਤਣਿਆ ਜਾਂਦਾ। ਤੇ ਅੱਜ ਕਹਿੰਦਾ ਜੇ ਕਿਸੇ ਕਿਰਪਾਨਾਂ ਬਣਾਉਣੇ ਵਾਲੀ ਜਿਹਦੀ ਫੈਕਟਰੀ ਆ, ਜੇ ਉਹਨੇ ਕਹਿ ਦਿੱਤਾ ਵੀ ਇੱਕ ਗਾਤਰਾ ਇੱਕ ਕਿਰਪਾਨ ਪਾ ਕੇ ਮੇਰੇ ਤਾਂ ਫੈਕਟਰੀ 'ਚ ਹਜ਼ਾਰਾਂ ਬਣਦੀਆਂ ਰੋਜ਼, ਬਿਲਕੁਲ, ਮਤਲਬ ਇਹ ਮੰਨਦੇ ਆਪ ਵੀ ਉਹੀ ਆ। ਇਹ ਜਿਹੜੀ ਤੁਸੀਂ ਗੱਲ ਕਹਿੰਦੇ ਨਾ, ਜਿਹੜਾ ਪੁਆਇੰਟ ਤੁਸੀਂ ਕਰਦੇ ਆ, ਇਹ ਕੋਈ ਟਾਈਮ ਸੀ ਜਦੋਂ ਇਹੀ ਕੁਛ ਮੰਨਦੇ ਸੀ ਇਹ,
ਹੁਣ ਜਾਣੀ ਤਿਲਕਣ ਦਾ ਕੰਮ ਆਇਆ। ਪਰ ਮਸਲਾ ਹੈਗਾ ਉਹ ਵੀ ਉੱਥੇ ਗੱਲ ਜਾ ਕੇ ਕੀਤੀ ਹੈ ਨਾ, ਵੀ ਜਿੱਥੇ ਅੱਗੇ ਬੈਠੇ ਉਹ ਆ, ਵੀ ਜਿਹੜੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਬਹੁਤਾਤ ਦੇ ਵਿੱਚ ਮੋਨੇ ਆ, ਤੇ ਪਰ ਜਿੱਥੇ ਬਹੁਤਾਤ ਦੇ ਵਿੱਚ ਦੂਸਰੀ, ਜਿੱਥੇ ਉਹ ਗੱਲ ਅਸਲ ਵਿੱਚ ਜਿਹਨਾਂ ਨੂੰ ਕਹਿਣੀ ਚਾਹੀਦੀ ਉੱਥੇ ਗੱਲ ਨਹੀਂ ਅਸੀਂ ਕਹਿ ਰਹੇ, ਉੱਥੇ ਨਹੀਂ ਕਹਿਣਾ। ਉਹੀ ਗੱਲ ਜਿਹੜੀ ਆਪਾਂ ਕਈ ਵਾਰੀ ਕਰਦੇ ਆ ਵੀ ਜੇ ਗੁਰੂ ਸਾਹਿਬ ਹਰਿਦੁਆਰ ਗਏ ਤਾਂ ਹਰਿਦੁਆਰ ਦੀ ਗੱਲ ਕਰਨੀ ਚਾਹੀਦੀ ਉੱਥੇ, ਉੱਥੇ ਕੀਤੀ ਆ। ਮੱਕੇ ਗਏ ਤਾਂ ਉਹਨਾਂ ਦੀ ਉੱਥੇ ਗੱਲ ਕੀਤੀ ਆ। ਹੁਣ ਕਿੰਨੀ ਹੈਰਾਨੀ, ਸਾਡੀ ਹਾਲਤ ਬਿਲਕੁਲ ਉਲਟ ਆ। ਮੱਕੇ ਜਾ ਕੇ ਹਰਿਦੁਆਰ ਦੀ ਗੱਲ, ਹਰਿਦੁਆਰ ਜਾ ਕੇ ਮੱਕੇ। ਬਸ ਜੇ ਦੋਨੇ ਇਕੱਠੇ ਹੋ ਗਏ ਫਿਰ ਜੋਗੀਆਂ ਦੀ ਗੱਲ। ਹੁਣ ਜੇ ਮੱਕੇ ਜਾ ਕੇ ਹਰਿਦੁਆਰ ਦੀ ਗੱਲ ਕਰਦੇ, ਉਹ ਉੱਥੇ ਜਾ ਕੇ ਕਹਿੰਦੇ ਭਈ ਜਨੇਊ ਪਾ ਕੇ ਦੇ ਕਿੱਦਾਂ ਪਖੰਡ ਕਰਦਾ ਧਾਰਮਿਕ ਬੰਦਾ, ਉਹਨੇ ਤਾਂ ਜਕਾਰੇ ਛੱਡਣੇ ਸੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਮੋਢਿਆਂ ਤੇ ਚੱਕ ਲੈਣ, ਉਹਨੇ ਏਦਾਂ ਥੋੜਾ ਲੱਤਾਂ ਫੜ ਕੇ ਘੜੀਸਣਾ ਸੀ। ਮਸਲਾ ਤੇ ਇਹ ਆ ਨਾ, ਫਿਰ ਗੁਰੂ ਨਾਨਕ ਨਹੀਂ ਸੀ ਨਾ ਹੋਣਾ, ਫਿਰ ਸਾਡੇ ਵਰਗਾ ਪ੍ਰਚਾਰ ਕੀ ਹੋਣਾ ਸੀਗਾ। ਸਹੀ ਗੱਲ ਜਿਹੜੀ ਅਸਲ ਵਿੱਚ ਗੁਰੂ ਸਾਹਿਬ ਉਸ ਵੇਲੇ ਗੱਲ ਕਹਿੰਦੇ ਪਏ ਆ, ਉਹ ਸਵਾਲ ਉੱਥੇ ਦਾ ਉੱਥੇ ਹੀ ਖਲੋਤਾ। ਜੇ ਅੱਜ ਹੁਣ ਸਾਡੇ ਹਾਲਾਤ, ਸਾਡੇ ਕੌਮੀ ਹਾਲਾਤ ਦੇਖਣਗੇ, ਗੁਰੂ ਸਾਹਿਬ ਅਸਲ ਵਿੱਚ ਗੱਲ ਤਾਂ ਇਹ ਕਹਿੰਦੇ ਨਾ ਪੰਡਤ ਨੂੰ, ਵੀ ਤੂੰ ਦੱਸ ਵੀ ਉਹ ਕਿਹੜਾ ਇਹੋ ਜਿਹਾ ਗੁਨਾਹ ਆ ਜਿਹੜਾ ਬੰਦਾ ਜਨੇਊ ਪਾ ਕੇ ਕਰਨੋਂ ਹਟ ਜਾਂਦਾ। ਕਿਹੜਾ ਮਾੜਾ ਕੰਮ ਆ ਜਿਹੜਾ ਜਨੇਊ ਪਾ ਕੇ ਬੰਦਾ ਨਹੀਂ ਕਰਦਾ, ਸਾਰੇ ਹੀ ਕਰਦੇ ਆ। ਉਹ ਸਵਾਲ ਤੇ ਅੱਜ ਵੀ ਉੱਥੇ ਹੀ ਆ। ਹੁਣ ਪਿੱਛੇ ਜਿਹੜਾ ਹੁਣ ਗੰਗਸਰ ਦਾ ਕਾਂਡ ਹੋਇਆ ਪਿੱਛੇ, ਹਾਂਜੀ, ਸਾਰਿਆਂ ਦੇ ਕਕਾਰ ਪਾਏ ਹੋਏ ਹੋਣਗੇ ਉੱਥੇ। ਕਿਹੜਾ ਗੁਨਾਹ ਆ ਜਿਹੜਾ ਕਕਾਰ ਪਾ ਕੇ ਬੰਦਾ ਜਿਹੜਾ ਹੈਗਾ ਕਰਨ ਤੋਂ ਹਟ ਜਾਂਦਾ? ਉਹ ਤਾਂ ਹੁਣ ਉੱਥੇ ਚਲੋ ਧਰਨਾ ਲਗਾਇਆ ਉੱਥੇ, ਕਿਉਂਕਿ ਸਾਹਮਣੇ ਆ ਗਈ ਗੱਲ ਨਾ। ਪਰ ਕੌੜੀ ਸੱਚਾਈ ਇਹ ਆ, ਮੈਂ ਸੈਂਕੜੇ ਨਾ ਕਵਾਂ, ਜੇ ਇਹ ਧਰਨਾ ਲਾਉਣਾ ਜਾਇਜ਼ ਹੈ ਇਸ ਗੱਲ ਦੇ ਉੱਤੇ ਵੀ ਗੁਰਦੁਆਰੇ 'ਚ ਆ ਕੁਕਰਮ ਹੋਏ ਆ, ਇਸ ਵਾਸਤੇ ਸੰਗਤ ਨੇ ਇੱਥੇ ਧਰਨਾ ਲਾਇਆ। ਜੇ ਇਹ ਧਰਨਾ ਲਾਉਣਾ ਜਾਇਜ਼ ਆ ਤੇ ਫਿਰ ਪੰਜਾਬ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਗੁਰਦੁਆਰਿਆਂ ਦੇ ਅੱਗੇ ਧਰਨਾ ਲਗਾਉਣਾ ਪਊਗਾ। ਸੈਂਕੜੇ ਨਹੀਂ, ਹਜ਼ਾਰਾਂ ਗੁਰਦੁਆਰਾ, ਹਜ਼ਾਰਾਂ ਅਸਥਾਨਾਂ ਦੇ ਉੱਤੇ। ਕੋਈ ਵਿਰਲਾ ਹੋਊਗਾ ਜਿੱਥੇ ਇਹੋ ਜਿਹੇ ਕਾਂਡ ਜਿਹੜੇ ਹੈਗੇ ਨਹੀਂ ਹੋ ਰਹੇ, ਚਾਹੇ ਉਹ ਛੋਟੀ ਪੱਧਰ ਤੋਂ ਗੁਰਦੁਆਰੇ ਆ, ਚਾਹੇ ਉਹ ਵੱਡੀ ਪੱਧਰ ਦੇ ਉੱਤੇ ਆ। ਮਸਲਾ ਇਹ ਆ ਵੀ ਕੋਈ ਇੱਕ ਅੱਧਾ ਜਿਹਾ ਹੈਗਾ ਤੁਹਾਡੇ ਸਾਹਮਣੇ ਆ ਗਿਆ ਤੇ ਉੱਥੇ ਅਸੀਂ ਇਹ ਸਾਰਾ ਕੁਛ ਕੀਤਾ। ਬਾਕੀ ਉਹੀ ਕੁਝ ਰਿਹਾ ਜੋ ਗੁਰੂ ਸਾਹਿਬ ਉਸ ਵੇਲੇ ਵੇਖਦੇ ਪਏ ਸਮਾਜ ਦੀ ਹਾਲਤ ਨੂੰ, ਵੀ ਧਰਮ ਦੇ ਚਿੰਨ੍ਹ ਜਿਹੜੇ ਹੈਗੇ ਆ ਉਹ ਧਾਰਨ ਕੀਤੇ ਜਾ ਰਹੇ ਆ, ਪਰ ਜ਼ਿੰਦਗੀ ਦੇ ਵਿੱਚ ਇਹਨਾਂ ਚਿੰਨ੍ਹਾਂ ਨੂੰ ਧਾਰਨ ਕਰਨ ਦੇ ਨਾਲ ਕੋਈ ਤਬਦੀਲੀ ਜਿਹੜੀ ਆ ਉਹ ਆ ਨਹੀਂ ਰਹੀ, ਕੋਈ ਫਰਕ ਪੈ ਨਹੀਂ ਰਿਹਾ। ਤੇ ਜਿਹੜੇ ਤਰਕ ਉਸ ਵੇਲੇ ਉਹਨਾਂ ਧਾਰਮਿਕ ਚਿੰਨ੍ਹਾਂ ਦੇ ਉੱਤੇ ਗੁਰੂ ਸਾਹਿਬ ਨੇ ਕੀਤੇ ਆ, ਉਹ ਜਿਹੜੇ ਤਰਕ ਆ ਉਹ ਸਾਡੇ ਕਕਾਰਾਂ ਦੇ ਉੱਤੇ ਵੀ ਸੰਸਾਰ ਦੇ ਲੋਕਾਂ ਨੇ ਉਠਾਉਣੇ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ 5 ਕਕਾਰ ਜਿਹੜੇ ਹੈਗੇ ਪੇਖਣੀਏ ਰਹਿ ਪਿਆ। ਉਹ ਪੰਡਤ ਵੀ ਕਹਿੰਦਾ ਹੋਊਗਾ ਨਾ। ਦੇਖੋ, ਮੈਂ ਭਾਸ਼ਾ ਦਾ ਅੱਗੇ ਵੀ ਗੱਲ ਕੀਤੀ ਆ ਵੀ ਗੁਰੂ ਸਾਹਿਬ ਨੇ ਜਿਹੜਾ ਉਹ ਸ਼ਬਦ ਵਰਤੇ ਵੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਾਦ, ਵੀ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜਤ ਦੀਆਂ ਗੰਢਾਂ ਹੋਵੇ, ਸਤ ਦਾ ਵੱਟ ਚਾੜਿਆ ਹੋਵੇ। ਪਰ ਇਹ ਵੀ ਹੋ ਸਕਦਾ ਵਾ ਵੀ ਪੰਡਤ ਇਹ ਗੱਲ ਕਹਿੰਦਾ ਹੋਵੇ ਵੀ ਜਿਹੜਾ ਆ ਮੈਂ ਜਨੇਊ ਪਾਇਆ ਹੋਇਆ ਨਾ, ਜਿਹੜੀ ਇਹਦੀ ਕਪਾਹ ਆ, ਇਹ ਦਇਆ ਦਾ ਪ੍ਰਤੀਕ ਆ। ਇਹ ਜਿਹੜਾ ਸੂਤਰ ਆ ਇਹ ਸੰਤੋਖ ਦਾ ਪ੍ਰਤੀਕ ਆ। ਇਹ ਜਿਹੜੀ ਇਹਨੂੰ ਗੰਢਾਂ ਦਿੱਤੀਆਂ ਹੋਈਆਂ ਇਹ ਮੇਰੇ ਜੱਤ ਦੀਆਂ ਪ੍ਰਤੀਕ ਆ। ਜਿਹੜਾ ਵੱਟ ਚੜਿਆ ਹੋਇਆ ਮੇਰੇ ਸੱਤ ਦਾ ਪ੍ਰਤੀਕ ਆ। ਜਿੱਦਾਂ ਅਸੀਂ ਕਹਿੰਦੇ ਆ ਵੀ ਕਿਰਪਾਨ ਜਿਹੜੀ ਆ ਇਹ ਕਿਰਪਾ ਤੇ ਆਣ ਦਾ ਪ੍ਰਤੀਕ ਆ। ਬਿਲਕੁਲ ਬਿਲਕੁਲ, ਇਹ ਧਾਰਮਿਕ ਆ ਸਾਡੀ ਇਹ। ਬਿਲਕੁਲ ਬਿਲਕੁਲ, ਉਹ ਵੀ ਤਾਂ ਹੁਣ ਉਹ ਤਾਂ ਅਰਥ ਅਸੀਂ ਕਰਦੇ ਹਾਂ। ਬਿਲਕੁਲ ਹਾਂ ਗੱਲ ਆ, ਪੁਆਇੰਟ ਜਿਹੜਾ ਆ। ਉਹ ਪੰਡਤ ਨੇ ਜ਼ਰੂਰ, ਕਿਉਂਕਿ ਪੰਡਤ ਤੁਹਾਨੂੰ ਪਤਾ ਪੁਰਾਣਾ ਛਾਤਰ ਬੰਦਾ, ਉਹਨੇ ਕਿਉਂ ਨਹੀਂ ਇਹਨਾਂ ਚਿੰਨ੍ਹਾਂ ਦੇ ਨਾਲ ਫਿਲਾਸਫੀ ਘੜੀ ਹੋਊਗੀ। ਹਰੇਕ ਚਿੰਨ੍ਹ ਦੇ ਨਾਲ ਉਹਨੇ ਫਿਲਾਸਫੀ ਘੜੀ ਹੋਈ। ਤਿਲਕ ਲਗਾਉਣਾ, ਉਹਦੇ ਨਾਲ ਉਹਨੇ ਆਪਣੀ ਵੱਖਰੀ ਫਿਲਾਸਫੀ ਜਿਹੜੀ ਹੈਗੀ ਘੜੀ ਹੋਈ ਆ। ਇੱਥੋਂ ਤੱਕ ਗਊ ਮੂਤਰ ਹੈਗਾ, ਗੋਬਰ ਦਾ ਹੈਗਾ, ਹਰੇਕ ਚੀਜ਼ ਦੇ ਨਾਲ ਉਹਨੇ ਫਿਲਾਸਫੀ ਘੜੀ ਹੋਈ ਆ। ਤੇ ਇਹ ਕਿੱਦਾਂ ਹੋ ਸਕਦਾ ਵੀ ਜਿਹੜਾ ਉਹਦਾ ਮੇਨ ਚਿੰਨ੍ਹ ਹੋਵੇ ਜਨੇਊ ਪਹਿਨਣਾ, ਉਹਦੇ ਸੰਬੰਧ ਦੇ ਵਿੱਚ ਉਹਦੇ ਕੋਲ ਕੋਈ ਫਿਲਾਸਫੀ ਨਾ ਹੋਵੇ। ਪਰ ਗੁਰੂ ਸਾਹਿਬ ਇਹ ਕਹਿੰਦੇ ਆ ਵੀ ਇਹ ਪ੍ਰਤੀਕ ਤੂੰ ਕਹਿਣਾ ਵਾ ਵੀ ਦਇਆ ਦਾ ਪ੍ਰਤੀਕ, ਪਰ ਦਇਆ ਹੈ ਨਹੀਂ ਗੀ। ਸੰਤੋਖ ਦਾ ਪ੍ਰਤੀਕ ਕਹਿਣਾ ਪਿਆ, ਪਰ ਸੰਤੋਖ ਤੇ ਹੈ ਨਹੀਂਗਾ ਕਿਤੇ ਵੀ। ਨਹੀਂ, ਉਹ ਜਿੱਥੇ ਉਹ ਗੱਲ ਆਉਂਦੀ ਆ ਪਈ ਮੱਥੇ ਟਿੱਕਾ, ਹਾਂਜੀ, ਤੇੜ ਧੋਤੀ ਕਖਾਈ, ਬਿਲਕੁਲ, ਹੱਥ ਛੁਰੀ ਜਗਤ ਕਸਾਈ, ਬਿਲਕੁਲ। ਉੱਥੇ ਤਾਂ ਉਹਨੀ ਕੋਈ ਗੱਲ ਛੱਡੀ ਨਹੀਂ ਸਵਾਲ ਵਾਲੀ। ਰਹਿਣੀ ਤੇਰੀ ਕਸਾਈਆਂ ਵਾਲੀ, ਜੀਵਨ ਤੇਰਾ ਕਸਾਈਆਂ ਵਾਲਾ।
ਵੀ ਸਰੀਰ ਦੇ ਉੱਤੇ ਧਰਮ ਦੇ ਚਿੰਨ੍ਹ ਧਾਰਨ ਕੀਤੇ ਹੋਏ ਗੁਰੂ ਸ਼ਾਇਦ ਹੋ ਸਕਦਾ ਵਾ ਵੀ ਜੇ ਸਮਾਜ ਦੇ ਵਿੱਚ ਇਹੋ ਜਿਹੀ ਗਿਰਾਵਟ ਨਾ ਆਈ ਹੋਈ ਹੁੰਦੀ, ਜਿਹੜਾ ਪੰਡਤ ਆ ਉਹ ਵਾਕਈ ਦਇਆ ਵਾਲਾ ਹੁੰਦਾ, ਸੰਤੋਖੀ ਹੁੰਦਾ, ਜਤ ਸਤ ਦਾ ਧਾਰ, ਗੁਰੂ ਸਾਹਿਬ ਨੂੰ ਇਹਨਾਂ ਦੇ ਉੱਤੇ ਤਰਕ ਕਰਨ ਦੀ ਲੋੜ ਨਾ ਪੈਂਦੀ। ਵੀ ਜਿਹੜਾ ਜਨੇਊ ਪਹਿਨਣ ਦਾ ਪਿਆ ਵਾ ਉਹ ਵਾਕਈ ਉਹਦੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਜਨੇਊ ਪਹਿਨਣ ਦੇ ਨਾਲ, ਜੇ ਇਹ ਸੱਚਾਈ ਹੁੰਦੀ। ਗੁਰੂ ਸਾਹਿਬ ਤਰਕ ਨਾ ਕਰਦੇ, ਗੁਰੂ ਸਾਹਿਬ ਦੇਖਦੇ ਆ ਵੀ ਚਿੰਨ੍ਹ ਬੰਦਾ ਧਾਰਨ ਕਰਦਾ ਪਿਆ ਵਾ ਪਰ ਜੀਵਨ ਦੇ ਵਿੱਚ ਤਬਦੀਲੀ ਜਿਹੜੀ ਹੈਗੀ ਉਹ ਕੋਈ ਨਹੀਂ ਆ ਰਹੀ। ਸੋ ਅਸੀਂ ਇਹ ਕਹਿ ਕੇ ਵੀ ਉਹ 5 ਕਕਾਰ ਭੇਖ ਨਹੀਂ ਇਹ ਰਹਿਤ ਆ, ਇਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੀ ਸੰਸਾਰ ਦੀ ਤਸੱਲੀ ਜਿਹੜੀ ਹੈਗੀ ਉਹ ਨਹੀਂ ਕਰਾ ਸਕਾਂਗੇ। ਕੋਈ ਸਾਡੇ ਸਾਹਮਣੇ ਨਹੀਂ ਗੱਲ ਕਰਦਾ ਉਹ ਵੱਖਰੀ ਗੱਲ, ਸਾਡੀ ਆਪਣੀ ਵੀ ਤਸੱਲੀ ਨਹੀਂ ਹੋਣੀ। ਸੱਚੀ ਗੱਲ ਇਹ ਹੈ, ਪ੍ਰਚਾਰਕਾਂ ਦੀ ਆਪਣੀ ਵੀ ਤਸੱਲੀ ਨਹੀਂ ਹੋਣੀ। ਨਹੀਂ ਪਤਾ ਆ ਜੀ, ਮੁੱਢ ਤੋਂ ਇਹ ਜਿਹੜਾ ਨਾ ਭੇਖ ਦਾ ਕੰਮ ਆ ਇਹ ਕੀਤਾ ਪੁਜਾਰੀ ਨੇ। ਉਹ ਤਿਆਰ ਜਿਹੜੇ ਆ ਧਰਮ ਦੇ ਚਿੰਨ੍ਹ ਆ, ਜਿਹੜੀ ਧਰਮ ਦੀ ਮਰਿਆਦਾ ਆ, ਜਿੱਥੇ ਉਹ ਆਸਾ ਕੀ ਵਾਰ ਦੇ ਵਿੱਚ ਗੱਲ ਆਉਂਦੀ ਹੈ ਨਾ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ। ਹੁਣ ਜਿਹੜੀ ਕੱਲੀ ਧਰਮਿਕ ਚਿੰਨ੍ਹ ਪਾਉਣ ਦੀ ਗੱਲ ਨਹੀਂ ਹੈ, ਜਿਹਨੂੰ ਅਸੀਂ ਮਰਿਆਦਾ ਕਹਿੰਦੇ ਆ, ਜਿਹੜੇ ਕਰਮਕਾਂਡ ਹਿੰਦੂ ਦੇ ਔਰ ਜਿਹੜੀ ਸ਼ਰ੍ਹਾ ਮੁਸਲਮਾਨ ਦੀ ਆ, ਉਹ ਤੋਂ ਵੱਧ ਕੇ ਅਸੀਂ ਤਾਂ ਕਹਿੰਦੇ ਆ ਵੀ ਭਾਈ ਕੁੱਠਾ ਨਹੀਂ ਖਾਣਾ, ਇਹ ਸਾਡੀ ਮਰਿਆਦਾ ਆ। ਪਰ ਜੇ ਕੁੱਠਾ ਜੰਗ ਵੇਲੇ ਹੋ ਜਾਏ ਤਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹ ਕੇ ਖਾ ਲਓ। ਮੁਸਲਮਾਨਾਂ ਦੇ ਨਹੀਂ ਦਾ ਵਿਧਾਨ ਹੈਗਾ ਕੋਈ ਵੀ, ਜੇ ਨਹੀਂ ਤਾਂ ਨਹੀਂ ਬਸ। ਠੀਕ ਹੈ, ਅਸੀਂ ਹੁਣ ਉਹ ਕੱਲਾ ਇਹ ਰਹਿਤ ਜਿਹੜੇ ਕਕਾਰ ਆ ਜਾਂ ਚਿੰਨ੍ਹ ਧਰਮ ਦੇ, ਹਿੰਦੂ ਦੇ ਜਾਂ ਕਿਸੇ ਵੀ ਧਾਰਮਿਕ ਬੰਦੇ ਦੇ, ਉਹਦੀ ਗੱਲ ਨਹੀਂ ਹੈ। ਉਹਦੇ ਜਿਹੜੇ ਬਾਕੀ ਕਰਮਕਾਂਡ ਆ ਉਹਦੇ ਉੱਤੇ ਵੀ ਕਿੰਤੂ ਆ। ਹੁਣ ਉਹ ਜਿਹੜੇ ਹੈਗੇ ਕਰਮਕਾਂਡ ਜਿਹਨੂੰ ਮਰਿਆਦਾ ਸ਼ਰ੍ਹਾ ਜੋ ਵੀ ਕਹਿੰਦੇ ਅਸੀਂ, ਉਹ ਚਾਹੇ ਉਹਦੇ ਕੰਮ ਕਰਨ ਦੀ ਗੱਲ ਆ, ਚਾਹੇ ਉਹਦੇ ਚਿੰਨ੍ਹ ਪਾਉਣ ਦੀ ਗੱਲ ਆ, ਇਹ ਘੜੇ ਆ ਪੁਜਾਰੀ ਨੇ, ਪਰ ਲਾਗੂ ਕੀਤੇ ਆਮ ਲੋਕਾਂ ਤੇ। ਹੁਣ ਉਹਨੂੰ ਆਪ ਪਤਾ ਆ ਉਹਨੂੰ ਵੀ ਉਹ ਕਿਹੜੇ ਜਿਹੜੇ ਗੁਰੂ ਸਾਹਿਬ ਨੇ ਸਵਾਲ ਉਠਾਏ ਆ ਉਹ ਆਮ ਲੋਕਾਂ ਤੋਂ ਪਹਿਲਾਂ ਪੁਜਾਰੀ ਤੇ ਉਠਾਏ ਆ। ਤੇ ਤੂੰ ਜੇ ਖੀਰ ਵੀ ਲਿਆ ਕੇ ਮੂਰਤੀ ਨੂੰ ਕਰਦਾ ਖਾਨਾ ਤਾਂ ਆਪ ਹੀ ਆ, ਤੂੰ ਪੱਥਰ ਦੀ ਮੂਰਤੀ ਮੋਹਰੇ ਮਠਿਆਈਆਂ ਲਾ ਕੇ ਮੂੰਹ ਨੂੰ ਤਾਂ ਖਾਈ ਤਾਂ ਆਪ ਜਾਣਾ ਤੂੰ। ਉਹਨੂੰ ਪਤਾ ਨਾ ਇਸ ਗੱਲ ਦਾ ਵੀ ਇਹਨੇ ਨਹੀਂ ਖਾਣਾ। ਹਾਂ, ਉਹ ਆਪ ਜਾਣਦਾ, ਲੋਕਾਂ ਨੂੰ ਭਰਮਾ ਰਿਹਾ ਆ ਉਹ ਵੀ ਭਗਵਾਨ ਨੂੰ ਭੋਗ ਲੱਗਣਾ। ਹਾਂ, ਲੋਕਾਂ ਨੂੰ ਡਰਾ ਰਿਹਾ ਉਹ। ਹੁਣ ਆ ਜਿਹੜੀ ਗੱਲ ਉਹ ਭਾਈ ਸਾਹਿਬ ਨੇ ਉਦੋਂ ਦੀਵਾਨ ਦੇ ਵਿੱਚ ਕੀਤੀ ਸੀਗੀ ਵੀ ਜੇ ਇਹਨਾਂ ਨੂੰ ਪਤਾ ਹੋਵੇ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਹੋਏ, ਜਿਹਨੂੰ ਸੱਚਖੰਡ ਕਹਿੰਦੇ ਗੁਰਦੁਆਰੇ ਦੇ ਅੰਦਰ, ਜਿਸ ਬਿੱਡ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਹੁੰਦੇ, ਉੱਥੇ ਵੀ ਕੁਕਰਮ ਕਰ ਰਹੇ, ਉੱਥੇ ਵੀ ਕੁਕਰਮ ਹੋ ਰਹੇ, ਔਰ ਕਕਾਰ ਜਿਹੜੇ ਹੈਗੇ ਉਹਨਾਂ ਵੀ ਪਾਏ ਹੋਏ ਆ। ਨਾਲ ਦੂਸਰੀ ਗੱਲ ਜਿਹੜੀ ਹੈਗੀ ਆ, ਜਦੋਂ ਆਪਾਂ ਕਹਿੰਦੇ 5 ਕਕਾਰ ਰਹਿਤ ਆ ਭੇਖ ਨਹੀਂ, ਰਹਿਤਨਾਮੇ ਦੀ ਵੀ ਅੱਗੇ ਗੱਲ ਕੀਤੀ ਸੀਗੀ। ਪਦਮ ਨੇ ਵੀ ਉਹਦੇ ਵਿੱਚ ਪਿਆਰਾ ਸਿੰਘ ਪਦਮੀਆਂ ਨੇ ਜਿਹਨਾਂ ਦੀ ਕਿਤਾਬ ਲਿਖੀ ਹੈ, ਉਹਨਾਂ ਨੇ ਲਿਖਿਆ ਵੀ ਪੁਰਾਤਨ ਕਿਸੇ ਵੀ ਲਿਖਤ ਦੇ ਵਿੱਚ 5 ਕਕਾਰਾਂ ਦਾ ਇਕੱਠਿਆਂ ਦਾ ਜ਼ਿਕਰ ਵੀ ਨਹੀਂ ਹੁੰਦਾ। ਜਿਵੇਂ ਤੁਸੀਂ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਪੜ੍ਹਦੇ ਆ, ਉਹਦੇ ਵਿੱਚ ਉਹਨੇ ਕੇਸਾਂ ਦੀ ਗੱਲ ਕੀਤੀ ਆ, ਉਹਨੂੰ ਵੀ ਦੇਵੀ ਦੇ ਨਾਲ ਜੋੜਿਆ। ਕਿਰਪਾਨ ਦੀ ਗੱਲ ਕੀਤੀ ਆ, ਉਹ ਵੀ ਦੇਵੀ ਦੇ ਨਾਲ ਜੋੜਿਆ। ਤੇ ਕਸ਼ਹਿਰੇ ਦੀ ਗੱਲ ਕੀਤੀ, ਉਹ ਵੀ ਦੇਵੀ ਦੇ ਚੌਰ ਬਰਦਾਰ ਦੇ ਨਾਲ ਜੋੜਿਆ।